ਰੈੱਡ FM ਤੇ ਇਸ ਗੱਲ ਦਾ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਬਹੁਤ ਜਲਦ ਕੈਨੇਡਾ ਦੀ ਹਿਸਟਰੀ ਲੈ ਕੇ ਤੁਹਾਡੇ ਲਈ ਪੇਸ਼ ਹੋਵਾਂਗੇ। ਅੱਜ ਉਹ ਸਮਾਂ ਆ ਗਿਆ ਹੈ। ਕੈਨੇਡਾ ਦੀ ਹਿਸਟਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਸੀਰੀਜ਼ ਨੂੰ ਦੇਖ ਕੇ ਸੁਣ ਕੇ ਤੁਸੀਂ ਕੈਨੇਡਾ ਦੀ ਸਿਟੀਜ਼ਨਸ਼ਿਪ ਵਾਸਤੇ ਦਿੱਤਾ ਜਾਣ ਵਾਲਾ ਟੈਸਟ ਵੀ ਪਾਸ ਕਰ ਸਕਦੇ ਹੋ। ਸਾਨੂੰ ਇਹ ਪੂਰਾ ਯਕੀਨ ਹੈ। ਕੈਨੇਡਾ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਭਾਈਚਾਰਿਆਂ ਦੇ ਲੋਕ ਅਸਲ ਵਿੱਚ ਏਸ਼ੀਅਨ ਮੁਲਕਾਂ ਤੋਂ ਲਗਭਗ 11,000 ਸਾਲ ਪਹਿਲਾਂ ਇੱਥੇ ਆਏ ਸਨ ਤੇ ਇਹਨਾਂ ਹਜ਼ਾਰਾਂ ਸਾਲਾਂ ਦੇ ਦੌਰਾਨ ਉਹਨਾਂ ਨੇ ਸ਼ਿਕਾਰ ਕਰਕੇ ਤੇ ਮੱਛੀਆਂ ਫੜ ਕੇ ਆਪਣਾ ਜੀਵਨ ਬਤੀਤ ਕੀਤਾ। ਉਹਨਾਂ ਜੰਗਲੀ ਪੌਦੇ ਤੇ ਫਸਲਾਂ ਉਗਾਈਆਂ। ਉਹ ਇਹਨਾਂ ਹਾਲਾਤ ਵਿੱਚ ਹੀ ਇੱਥੇ ਰਹਿੰਦੇ ਰਹੇ ਤੇ ਉਹਨਾਂ ਦਾ ਜੀਵਨ ਮੁਕਾਬਲਤਨ ਸ਼ਾਂਤ ਹੀ ਰਿਹਾ। ਮੂਲ ਨਿਵਾਸੀ ਇੰਡੀਅਨ ਭਾਈਚਾਰੇ ਦੇ ਲੋਕਾਂ ਬਾਰੇ ਤਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਜਦੋਂ ਤੋਂ ਕਦੇ ਕੈਨੇਡਾ ਦੀ ਧਰਤੀ ਹੋਂਦ ਵਿੱਚ ਆਈ ਹੋਵੇਗੀ ਉਸ ਸਮੇਂ ਤੋਂ ਹੀ ਇੱਥੇ ਰਹਿੰਦੇ ਰਹੇ ਨੇ। ਯੂਰਪੀਅਨ ਲੋਕਾਂ ਦੇ ਕੈਨੇਡਾ ਦੀ ਧਰਤੀ ਤੇ ਆਉਣ ਵੇਲੇ ਉਹਨਾਂ ਨੂੰ ਪਤਾ ਲੱਗਿਆ ਕਿ ਗ੍ਰੇਟ ਲੇਕਸ ਖੇਤਰ ਦੇ ਹਿਊਰੋਨ ਵੈਂਡੈਟ ਜਾਤੀ ਦੇ ਲੋਕ ਕਿਸਾਨ ਸਨ ਤੇ ਸ਼ਿਕਾਰ ਵੀ ਕਰਦੇ ਸਨ। ਕ੍ਰੀ ਅਤੇ ਡੇਨੇ ਜਾਤੀ ਦੇ ਲੋਕ ਨਾਰਥ ਵੈਸਟ ਵਿੱਚ ਵਸਦੇ ਸਨ ਤੇ ਇਹ ਲੋਕ ਵੀ ਸ਼ਿਕਾਰੀ ਹੀ ਸਨ। ਸੂ ਜਾਤੀ ਦੇ ਲੋਕ ਘੁਮੰਤੂ ਨੋਮੈਡਿਕ ਸਨ ਤੇ ਭਾਵ ਇੱਕ ਥਾਂ ਤੇ ਟਿਕੇ ਨਹੀਂ ਰਹਿੰਦੇ ਸਨ ਤੇ ਇਹ ਲੋਕ ਜੰਗਲੀ ਮੱਝਾਂ ਜਾਂ ਬਾਈਜ਼ਨ ਦਾ ਸ਼ਿਕਾਰ ਕਰਦੇ ਸਨ। ਇਲਾਕਿਆਂ ਉੱਪਰ ਕਬਜ਼ੇ ਨੂੰ ਲੈ ਕੇ ਕਬਾਇਲੀ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ। ਲਗਭਗ 1000 ਸਾਲ ਪਹਿਲਾਂ ਯੂਰਪੀਅਨ ਦੇਸ਼ਾਂ ਦੇ ਲੋਕ ਇੱਥੇ ਆਏ। ਆਈਸਲੈਂਡ ਤੋਂ ਗ੍ਰੀਨਲੈਂਡ ਆਉਂਦਿਆਂ ਨਾਰਵੇ ਮੂਲ ਦੇ ਲੀਫ ਐਰਿਕਸਨ ਦਾ ਸਮੁੰਦਰੀ ਜਹਾਜ਼ ਭਟਕ ਗਿਆ। ਅੱਜ ਦੇ ਕੈਨੇਡਾ ਦੇ ਪੂਰਬੀ ਕੰਢੇ ਤੇ ਇਹ ਜਹਾਜ਼ ਆ ਲੱਗਿਆ। ਇਹ ਗੱਲ ਈਸਵੀ 970 ਤੋਂ 980 ਦੇ ਦਰਮਿਆਨ ਦੀ ਹੈ। ਈਸਵੀ ਸਾਲ 1020 ਵਿੱਚ 49 ਜਾਂ 50 ਸਾਲ ਦੀ ਉਮਰ ਵਿੱਚ ਲੀਫ ਦੀ ਮੌਤ ਹੋ ਗਈ ਸੀ। ਕੋਲੰਬਸ ਵੱਲੋਂ ਅਮਰੀਕਾ ਦੀ ਖੋਜ ਕਰਨ ਤੋਂ ਕਈ 100 ਸਾਲ ਪਹਿਲਾਂ ਕੈਨੇਡਾ ਦੀ ਖੋਜ ਲੀਫ ਐਰਿਕਸਨ ਨੇ ਕਰ ਲਈ ਸੀ। ਯੂਰਪੀਅਨ ਵਪਾਰੀਆਂ, ਮਿਸ਼ਨਰੀਆਂ, ਫੌਜੀਆਂ ਤੇ ਸਿਪਾਹੀਆਂ ਵੱਲੋਂ ਤੇ ਹੋਰ ਇੱਥੇ ਆਏ ਦੂਜੇ ਲੋਕਾਂ ਵੱਲੋਂ ਮੂਲ ਨਿਵਾਸੀ ਜੀਵਨ ਜਾਂਚ ਨੂੰ ਹਮੇਸ਼ਾ ਲਈ ਬਦਲ ਦਿੱਤਾ ਗਿਆ। ਵੱਡੀ ਗਿਣਤੀ ਵਿੱਚ ਮੂਲ ਨਿਵਾਸੀ ਯੂਰਪੀਅਨ ਬਿਮਾਰੀਆਂ ਨਾਲ ਮਾਰੇ ਗਏ ਜਿਨ੍ਹਾਂ ਨੂੰ ਰੋਕਣ ਜਾਂ ਮੁਕਾਬਲਾ ਕਰਨ ਲਈ ਉਹਨਾਂ ਦੇ ਸਰੀਰ ਤਿਆਰ ਹੀ ਨਹੀਂ ਸਨ। ਮੂਲ ਨਿਵਾਸੀ ਤੇ ਯੂਰਪੀਅਨ ਲੋਕਾਂ ਨੇ ਆਪਸ ਵਿੱਚ ਬਹੁਤ ਮਜ਼ਬੂਤ ਆਰਥਿਕ, ਧਾਰਮਿਕ, ਫੌਜੀ ਸਾਂਝਾਂ ਤਿਆਰ ਕਰ ਲਈਆਂ ਤੇ 200 ਸਾਲ ਤੱਕ ਇਕੱਠੇ ਰਹਿਣ ਪਿੱਛੋਂ ਕੈਨੇਡਾ ਦੀ ਨੀਂਹ ਤਿਆਰ ਹੋਣ ਲੱਗੀ। ਇਸ ਪਿੱਛੋਂ ਕਈ ਹੋਰ ਯੂਰਪੀਅਨ ਲੋਕਾਂ ਦੇ ਇੱਥੇ ਪਹੁੰਚਣ ਵਿੱਚ ਲਗਭਗ 500 ਸਾਲ ਦਾ ਸਮਾਂ ਲੱਗ ਗਿਆ। ਸਾਲ 1497 ਵਿੱਚ ਤੇ ਦੂਸਰੀ ਵਾਰ ਸਾਲ 1498 ਵਿੱਚ ਇਟਲੀ ਦਾ ਇੱਕ ਖੋਜੀ ਜੌਨ ਕੈਬਿਟ ਇੰਗਲੈਂਡ ਦੇ ਮਹਾਰਾਜਾ ਹੈਨਰੀ 7ਵੇਂ ਦੀ ਆਗਿਆ ਨਾਲ ਖੋਜ ਕਰਨ ਲਈ ਨਿਕਲਿਆ ਤੇ ਉਸਨੇ ਕੈਨੇਡਾ ਦੇ ਪੂਰਬੀ ਕਿਨਾਰਿਆਂ ਤੇ ਅਮਰੀਕਾ ਦੀ ਖੋਜ ਕਰ ਲਈ। ਉਸ ਦੀ ਕੈਨੇਡਾ ਵਿੱਚ ਆਮਦ ਕੇਪ ਬੋਨਾਵਿਸਟਾ ਵਿੱਚ ਹੋਈ ਮੰਨੀ ਜਾਂਦੀ ਹੈ ਜਿਹੜਾ ਨਿਊਫਿਨਲੈਂਡ ਵਿੱਚ ਹੈ। ਕੈਨੇਡਾ ਤੇ ਬਰਤਾਨੀਆ ਦੀਆਂ ਸਰਕਾਰਾਂ ਨੇ ਉਸ ਦੀ ਆਮਦ ਦੀ 500ਵੀਂ ਵਰ੍ਹੇਗੰਢ ਮਨਾਉਣ ਵੇਲੇ ਕੇਪ ਬੋਨਾਵਿਸਟਾ ਦੀ ਸਥਾਪਨਾ ਵੀ ਕੀਤੀ ਤੇ ਉਹ ਦਿਨ 24 ਜੂਨ 1497 ਦਾ ਸੀ। ਜੌਨ ਕੈਬਿਟ ਕਿਉਂਕਿ ਸਰਕਾਰੀ ਟੂਰ ਤੇ ਆਇਆ ਸੀ ਇਸ ਲਈ ਉਸਨੇ ਵਾਪਸ ਜਾ ਕੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਇਹ ਇਲਾਕਾ ਕਾਰੋਬਾਰ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ ਤੇ ਇੱਥੋਂ ਦੇ ਸਮੁੰਦਰੀ ਪਾਣੀਆਂ ਵਿੱਚ ਮੱਛੀਆਂ ਵੱਡੀ ਸੰਖਿਆ ਵਿੱਚ ਮੌਜੂਦ ਨੇ। ਉਸ ਨੂੰ 10 ਪਾਉਂਡ ਇਨਾਮ ਵਜੋਂ ਦਿੱਤੇ ਗਏ ਸਨ। ਇਹ ਰਕਮ ਉਸ ਵੇਲੇ ਉਸ ਦੇ ਮਜ਼ਦੂਰ ਦੀ 2 ਸਾਲ ਦੀ ਤਨਖਾਹ ਦੇ ਬਰਾਬਰ ਸੀ। ਇਸ ਤੋਂ ਅਗਲੇ ਹੀ ਸਾਲਾਂ ਵਿੱਚ ਇੰਗਲੈਂਡ ਤੇ ਅਮੀਰ ਬਰਤਾਨਵੀ ਬਸਤੀਆਂ ਤੋਂ ਮੱਛੀਆਂ ਫੜਨ ਵਾਲੇ ਜਹਾਜ਼ ਇੱਧਰ ਵਹੀਰਾਂ ਕੱਤਣ ਲੱਗ ਪਏ। ਇੱਕ ਹੋਰ ਗੱਲ ਇਹਨਾਂ ਵਪਾਰੀਆਂ ਨੂੰ ਕੈਨੇਡਾ ਵੱਲ ਖਿੱਚ ਕੇ ਲਿਆਈ। ਉਹ ਸੀ ਇੱਥੇ ਦੇ ਜੰਗਲਾਂ ਵਿੱਚ ਰਹਿਣ ਵਾਲਾ ਜਾਨਵਰ ਬੀਵਰ। ਬੀਵਰ ਲਗਭਗ 300 ਸਾਲ ਤੱਕ ਸਾਡੇ ਦੇਸ਼ ਦਾ ਰਾਸ਼ਟਰੀ ਪ੍ਰਤੀਕ ਰਿਹਾ ਹੈ। ਇਸ ਦੀ ਲੰਬਾਈ 1 ਮੀਟਰ ਹੋ ਸਕਦੀ ਹੈ, ਵਜ਼ਨ 32 ਕਿਲੋਗ੍ਰਾਮ ਤੱਕ ਹੋ ਸਕਦਾ ਹੈ। ਇਸ ਦੇ ਸਰੀਰ ਉੱਪਰ ਮੋਟੀ ਇਨਸੂਲੇਟਿੰਗ ਫਰ ਹੁੰਦੀ ਹੈ ਤੇ ਇਸ ਦੀ ਪੂਛ ਮੋਟੀ, ਚਪਟੀ, ਕਾਲੀ ਹੁੰਦੀ ਹੈ। ਇਸ ਦੀ ਖੱਲ ਬਹੁਤ ਕੀਮਤੀ ਹੈ ਤੇ ਬੀਵਰ ਦੀ ਫਰ ਹੈਟ ਬਣਾਉਣ ਵਿੱਚ ਕੰਮ ਆਉਂਦੀ ਹੈ ਤੇ ਇੰਗਲੈਂਡ ਵਿੱਚ ਬਹੁਤ ਪ੍ਰਚਲਿਤ ਹੈ। ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਕੈਨੇਡਾ ਵਿੱਚ ਜਾਨਵਰ ਬਹੁਤ ਵੱਡੀ ਸੰਖਿਆ ਵਿੱਚ ਮਿਲਦਾ ਹੈ। ਜਦੋਂ ਇਸ ਗੱਲ ਦੀ ਖਬਰ ਫੈਲੀ ਤਾਂ ਫਰਾਂਸ ਤੋਂ ਬਹੁਤ ਸਾਰੇ ਵਪਾਰੀਆਂ ਦੇ ਭੇਜੇ ਸ਼ਿਕਾਰੀ ਇੱਥੇ ਆਉਣ ਲੱਗ ਪਏ। 16ਵੀਂ ਸਦੀ ਦੇ ਅਖੀਰ ਵਿੱਚ ਕੈਨੇਡਾ ਦੇ ਪੂਰਬੀ ਕਿਨਾਰੇ ਇਹਨਾਂ ਸ਼ਿਕਾਰੀਆਂ ਦੇ ਕੈਂਪ ਸਥਾਨ ਬਣ ਗਏ ਪਰ ਇਹ ਕਲੋਨੀਆਂ ਸਥਾਈ ਨਿਵਾਸ ਜਾਂ ਪਰਮਾਨੈਂਟ ਸੈਟਲਮੈਂਟਸ ਨਹੀਂ ਸਨ। ਜਿੱਥੇ ਇਹਨਾਂ ਨੇ ਆਪਣੀਆਂ ਕਲੋਨੀਆਂ ਬਣਾਈਆਂ ਉਸ ਇਲਾਕੇ ਨੂੰ ਅਕੇਡੀਆ ਕਿਹਾ ਜਾਂਦਾ ਸੀ। ਸਾਲ 1608 ਵਿੱਚ ਫਰਾਂਸੀਸੀ ਕਲੋਨੀਆਂ ਵਿੱਚੋਂ ਇੱਕ ਸਥਾਈ ਕਲੋਨੀ ਬਣਾਈ ਗਈ ਜਿਸ ਦਾ ਨਾਮ ਕਿਊਬੈਕ ਰੱਖਿਆ ਗਿਆ। ਕਿਊਬੈਕ ਦੀ ਸਥਾਪਨਾ ਸੈਮੂਅਲ ਡ ਸ਼ੈਂਪਲੇਨ ਨੇ ਕੀਤੀ ਸੀ ਜਿਹੜਾ ਆਪਣੇ ਸਮੇਂ ਦਾ ਪ੍ਰਸਿੱਧ ਭੂਗੋਲ ਸ਼ਾਸਤਰੀ ਸੀ ਤੇ ਖੋਜੀ ਸੀ। ਬਾਅਦ ਵਿੱਚ ਇਹ ਨਿਊ ਫਰਾਂਸ ਦਾ ਗਵਰਨਰ ਵੀ ਬਣਿਆ। ਨਿਊ ਫਰਾਂਸ ਉਸ ਵੇਲੇ ਉੱਤਰੀ ਅਮਰੀਕਾ ਦੇ ਪੂਰਬੀ ਉੱਤਰੀ ਹਿੱਸੇ ਦਾ ਇੱਕ ਬਹੁਤ ਵੱਡਾ ਇਲਾਕਾ ਸੀ ਤੇ ਉਸ ਉੱਪਰ ਫਰਾਂਸ ਦੇ ਮਹਾਰਾਜਾ ਲੂਈ 13ਵੇਂ ਦਾ ਕਬਜ਼ਾ ਸੀ। ਇਸ ਤੋਂ ਅਗਲੀ ਜਾਣਕਾਰੀ
ਅਗਲੀ ਕਿਸ਼ਤ ਵਿੱਚ। ਰੈਡ FM ਕੈਨੇਡਾ ਲਈ ਮੈਂ ਰਿਸ਼ੀ ਨਾਗਰ।